ਉਹ ਪੁੱਤਰ ਉਹ ਦਿਲ ਨੂੰ ਛੱਡ ਹੁਣ ਤੇ ਗੁਰਦੇ ਵੀ ਜਵਾਬ ਦੇਣ ਵਾਲੇ ਨੇ। लेकिन पहलवान जी लाहौर तो बहुत शौकीन है खाने पीने में। ਪਹਿਲਵਾਨ ਜੀ ਤੁਹਾਨੂੰ ਆਲੂ ਵਾਲੇ ਪਕੌੜੇ ਬਣਾ ਦਿਆਂ। ਉਹ ਮੈਂ ਕਿਹਾ ਕੀ ਕਹਿਣੀ ਹੈ ਭਾਈ ਕੀ ਕਹਿਣੀ ਹੈ। ਉਹ ਨਾ ਵੇਸਣ ਨਾ ਘਿਓ ਤਲਣਾ ਕਿਹਦੇ ਚ ਉਹ ਹੁਣ ਤੇ ਈਦ ਦੀ ਸ਼ਾਪਿੰਗ ਲਈ ਸੋਚਿਆ ਕਿ ਪੁਰਾਣਾ ਸੂਟ ਕੱਟ ਕੇ ਉਹਨੂੰ ਪੁੱਠਾ ਸਿਲਾਈ ਕਰਵਾ ਦਿਆਂ ਤਾਂ ਕਿ ਕਮ ਸੇ ਕਮ ਦੁਨੀਆ ਹੈ ਤੇ ਸਮਝੇ ਉਹ ਪਹਿਲਵਾਨ ਨੇ ਨਵਾਂ ਫੈਸ਼ਨ ਕੀਤਾ ਹੈ। ਸ਼ਹਿਜ਼ਾਦੇ ਸੈਰੀ ਦਾ ਤੇ ਪੁੱਛ ਹੀ ਨਾ ਉਹ ਪਹਿਲਾਂ ਸੈਰੀ ਦੇ ਵਿੱਚ ਪਰਾਠੇ ਬਣਦੇ ਸਨ ਤੇ ਹੁਣ ਘਰ ਵਾਲੀ ਆਂਦੀ ਏ ਪਹਿਲਵਾਨ ਜੀ ਸੁੱਕੀ ਰੋਟੀ ਖਾਣੀ ਪਏਗੀ ਤੇ ਲਾਜ਼ਮੀ ਖਾਣੀ ਪਏਗੀ वो क्यों? ਕਿਉਂਕਿ ਘਿਓ ਦਾ ਡੱਬਾ ਉਹ ਤੋਸ਼ਾ ਖਾਨਾ ਦੇ ਵਿੱਚ ਰੱਖਣ ਦੇ ਕਾਬਲ ਹੈ। पाकिस्तान का जिंदा दिल इंसान अब जिंदा रहने के लिए बजट से लड़ रहा है। अस्सलाम वालेकुम नाज़रीन, कॉमेडी स्टूडियो की नई एपिसोड और नए मौजू के साथ इमरान एक दफ़ा फिर आपकी खिदमत में हाजिर। नाजरीन, महंगाई ने अवाम को ऐसा गरम चिमटा लगाया है कि बंदा चीख भी नहीं सकता, क्योंकि चीखने के लिए भी कैलोरीज खर्च होती हैं और कोई भी रोजेदार नहीं चाहेगा उसकी बेवजह कैलोरीज खर्च हो। आज हमारे साथ मौजूद हैं लाहौर के बहुत ही मशहूर दलेर मगर इस वक्त के माली तौर पर जख्मी जी, मेरे साथ मौजूद है जूरा पहलवान। तो चलिए उनसे बात करते हैं और शुरू करते हैं आज का प्रोग्राम। पहलवान जी, सुना है इस दफा इफ्तारी और सहरी का बजट सुनते ही आपको हार्ट अटैक होते होते बचा है। ਉਹ ਛੱਡ ਦੇ ਸ਼ਹਿਜ਼ਾਦੇ ਛੱਡ ਦੇ। ਉਹ ਹਾਰਟ ਅਟੈਕ ਤੇ ਛੋਟੀ ਜਿਹੀ ਸ਼ੈ ਵੇ। ਉਹ ਮੈਨੂੰ ਤੇ ਇੰਜ ਲੱਗਿਆ ਸੀ ਜਿਵੇਂ ਮੇਰੇ ਉੱਤੇ ਉਹ ਭਰਾਡੋ ਚੜ ਗਈ ਏ। वो क्यों? ਉਹ ਮੰਡੀ नींबू ਲੈਣ ਗਿਆ ਸੀ ਸ਼ਹਿਜ਼ਾਦੇ। ਉਹ मैं क्या चलो पहलवान शरदाई से रोजा नहीं इफ्तार करता, वो शिकंजी से कर लेता है, वो नींबू पानी से कर लेता है। दुकानदार से मैंने कहा ओ बल्लो ओ सोने एक पा नींबू दे दो। ਤੇ ਦੁਕਾਨਦਾਰ ਮੈਨੂੰ ਉਹ ਇੰਜ ਵੇਖਣ ਲੱਗ ਪਿਆ ਜਿਵੇਂ ਮੈਂ ਉਹਦੇ ਉਹ ਗੁਰਦੇ ਮੰਗ ਲਏ ਨੇ। अच्छा फिर? ਉਹ ਕਹਿੰਦਾ ਪਹਿਲਵਾਨ ਜੀ ਉਹ ਨਿੰਬੂ ਹੁਣ ਕਿਲੋ ਦੇ ਹਿਸਾਬ ਨਾਲ ਨਹੀਂ ਉਹ ਤੋਲੇ ਦੇ ਹਿਸਾਬ ਨਾਲ ਮਿਲਣਗੇ। हो ਉਹ ਮੈਂ ਕਿਹਾ ਉਹ ਸੋਹਣਿਓ ਮੇਰੀ ਜਾਨ ਉਹ ਮੈਂ ਨਿੰਬੂਆਂ ਦਾ ਨਿੰਬੂ ਪਾਣੀ ਬਣਾਉਣਾ ਹੈ, ਉਹ ਕੋਈ ਜ਼ੇਵਰ ਨਹੀਂ ਬਣਾਉਣਾ। अच्छा ਉਹ ਕਸਮੇ ਬਾਊ ਜੀ ਉਹ ਨਿੰਬੂ ਦਾ ਰੇਟ ਸੁਣ ਕੇ ਤੇ ਮੇਰੇ ਉਹ ਸੱਜੇ ਬਾਂਹ 'ਚ ਓਏ ਐਸੀ ਭੀੜ ਉੱਠੀ। ਉਹ ਮੈਂ ਕਿਹਾ ਜੂਰਾ ਪਹਿਲਵਾਨ ਉਹ ਤੈਨੂੰ ਅਟੈਕ ਹੋਈ ਹੋਵੇ। ਉਹ ਮੈਂ ਕਿਹਾ ਮੁੜ ਜਾ ਘਰਾਂ ਨੂੰ, ਉਹ ਹੁਣ ਲਿੰਬੂ ਪਾਣੀ ਨਹੀਂ ਉਹ ਬੋਤਲਾਂ ਲੱਗਣਗੀਆਂ। ਪਹਿਲਵਾਨ ਜੀ ਨਿਕਲ ਲੋ ਘਰਾਂ ਨੂੰ। तो फिर इफ्तारी का क्या हुआ? क्या मेन्यू सेट किया आपने? ਮੈਨਿਊ हैं? ਉਹ ਮੈਨਿਊ ਤੇ ਹੁਣ ਖਾਬਾਂ ਵਿੱਚ ਰਹਿ ਗਿਆ। ਉਹ ਹੁਣ ਇਫਤਾਰੀ ਦਾ ਬਜਟ ਇੰਜੇ ਕਿ ਖਜੂਰ ਦੀ ਜਗ੍ਹਾ ਖਜੂਰ ਦੀ ਗਿਟਕ ਜੂਸ ਲਈਦੀ ਹੈ ਭਾਈ ਤੇ ਸ਼ਰਬਤ ਦੀ ਜਗ੍ਹਾ ਉਹ ਠੰਡਾ ਪਾਣੀ ਦਾ ਟੱਪ ਹੀ ਪੀ ਨਹੀਂ ਦਾ ਭਾਈ। हाँ। ਪਕੌੜਿਆਂ ਦੀ ਤੇ ਪੁੱਛੋ ਹੀ ਨਾ। हैं? ਉਹ ਵੇਸਨ ਇੰਨਾ ਮਹਿੰਗਾ ਹੋ ਗਿਆ ਸ਼ਹਿਜ਼ਾਦੇ, ਉਹ ਇੰਜ ਲੱਗਦਾ ਜਿਵੇਂ ਉਹ ਦਵਾਈ ਤੋਂ ਸਮਗਲ ਹੋ ਗਈ ਹੁੰਦਾ ਪਿਆ। वाह, ਬੇਗਮ ਕਹਿੰਦੀ ਏ ਪਹਿਲਵਾਨ ਜੀ ਤੁਹਾਨੂੰ ਆਲੂ ਵਾਲੇ ਪਕੌੜੇ ਬਣਾ ਦਿਆਂ। ਉਹ ਮੈਂ ਕਿਹਾ ਕੀ ਕਹਿਣੀ ਹੈ ਭਾਈ ਕੀ ਕਹਿਣੀ ਹੈ। ਉਹ ਨਾ ਵੇਸਣ ਨਾ ਘਿਓ ਤਲਣਾ ਕਿਹਦੇ ਚ ਤੂੰ ਇੰਜ ਕਰ ਓਏ ਆਲੂ ਦੀ ਫੋਟੋ ਖਿੱਚ ਕੇ ਉਹ ਮੇਰੇ ਸਾਹਮਣੇ ਰੱਖ ਦੇ ਤੇ ਮੈਂ ਹੀ ਕਵਾਂਗਾ ਇਹ ਜੇ ਤਸਵਰਾਤੀ ਇਫਤਾਰੀ। लेकिन पहलवान जी लाहौर तो बहुत शौकीन है खाने पीने में, वो कैसे गुजारा करते होंगे? ਉਹ ਭਾਈ ਉਹ ਲੋਰੀ ਹੁਣ ਖਾਂਦੇ ਨਹੀਂ ਉਹ ਸੁੰਘਦੇ ਨੇ। ਓਏ ਅਸੀਂ ਆਪ ਗੁਆਂਢੀਆਂ ਦੇ ਘਰ ਦੇ ਸਾਹਮਣੇ ਲੰਘੀਦਾ ਤੇ ਕੜਾਈ ਗੋਸ਼ਤ ਦੀ ਖੁਸ਼ਬੂ ਲੈ ਕੇ ਘਰ ਆ ਜਾਈਦਾ। ਉਹ ਤੂੰ ਠੰਡਾ ਪਾਣੀ ਪੀ ਲਈਦਾ। महंगाई तो है। ਮਹਿੰਗਾਈ ਉਹ ਮਹਿੰਗਾਈ ਨਹੀਂ ਸ਼ਹਿਜ਼ਾਦੇ, ਉਹ ਡੇਟਿੰਗ ਕੋਰਸ ਹੈ हाँ? ਜੋ ਇਹ ਹਕੂਮਤ ਸਾਨੂੰ ਜ਼ਬਰਦਸਤੀ ਕਰਵਾਉਣ ਡਈ ਹੈ। ਉਹ ਮੇਰਾ ਤੇ ਦਿਲ ਕਰਦਾ ਉਹ ਬਜਟ ਬਣਾਉਣ ਵਾਲੇ ਨੂੰ ਉਹ ਭਲਿਆਂ ਦੀ ਇੱਕ ਪਲੇਟ ਖਵਾਵਾਂ हाँ? ਫਿਰ ਡਰਨਾ। ਉਹ ਭਾਈ ਭਲਿਆਂ ਦੀ ਪਲੇਟ ਦੇ ਪੈਸੇ ਮੈਂ ਆਪਣੀ ਸਾਈਕਲ ਵੇਚ ਕੇ ਦੇਣੇ ਨੇ। पहलवान जी, आप तो नींबू की बात कर रहे थे ना, सुना है फ्रूट का इससे भी बुरा हाल है। इस बार दस्तरखान पर फ्रूट क्यों नहीं नजर आ रहा? ਉਹ ਸ਼ਹਿਜ਼ਾਦੇ ਖਰੀਦੇ ਤੋਂ ਨਜ਼ਰ ਆਏ ਨਾ। ਉਹ ਫਰੂਟ ਨੂੰ ਫਰੂਟ ਨਹੀਂ ਉਹ VIP ਪ੍ਰੋਟੋਕੋਲ ਬਣ ਗਿਆ ਹੈ। ਉਹ ਦੁਕਾਨਦਾਰ ਕਹਿੰਦਾ ਉਹ ਪਹਿਲਵਾਨ ਜੀ ਸੇਬ ਨੂੰ ਹੱਥ ਨਹੀਂ ਲਾਣਾ। ਉਹ ਮੈਂ ਕਿਹਾ ਕਿ ਕਰੰਟ ਮਾਰਦਾ
ਉਹ ਆਂਦਾ ਪਹਿਲਵਾਨ ਜੀ ਵੇ ਤੁਹਾਡੇ ਵਾਲਾ ਸੇਬ ਨਹੀਂ ਵੇ ਸ਼ੋਕੇਸ 'ਚ ਰੱਖਣ ਵਾਲਾ ਹੈ। ਇਹ ਤੁਹਾਨੂੰ ਫੋਟੋ ਚਾਹੀਦੀ ਹੈ ਸੇਬ ਦੀ ਤੇ ਕੱਢੋ 20 ਰੁਪਈਏ। ਉਹ ਮੈਂ ਕਿਹਾ ਉਹ ਬੱਲੋ ਉਹ ਮੈਂ ਸੇਬ ਖਾਣ ਵਾਸਤੇ ਲੈਣਾ, ਕੋਈ ਫਿਲਮ ਬਣਾਉਣ ਵਾਸਤੇ ਨਹੀਂ ਲੈਣਾ। तो पहलवान जी शहरी का क्या हाल है? क्या शहरी में भी यही फलसफा चल रहा है? ਪਿਛਲਾ ਦੇ ਸੈਰੀ ਦਾ ਤੇ ਪੁੱਛ ਹੀ ਨਾ। ਉਹ ਪਹਿਲਾਂ ਸੈਰੀ ਦੇ ਵਿੱਚ ਪਰਾਠੇ ਬਣਦੇ ਸਨ ਤੇ ਹੁਣ ਘਰ ਵਾਲੀ ਆਂਦੀ ਏ ਪਹਿਲਵਾਨ ਜੀ ਸੁੱਕੀ ਰੋਟੀ ਖਾਣੀ ਪਏਗੀ ਤੇ ਲਾਜ਼ਮੀ ਖਾਣੀ ਪਏਗੀ, ये वो क्यों? ਕਿਉਂਕਿ ਘਿਓ ਦਾ ਡੱਬਾ ਉਹ ਤੋਸ਼ਾ ਖਾਨੋਂ ਦੇ ਵਿੱਚ ਰੱਖਣ ਦੇ ਕਾਬਲ ਹੈ। अच्छा, ਉਦਾਂ ਹੀ ਦੁਕਾਨਦਾਰ ਕਹਿੰਦਾ ਪਹਿਲਵਾਨ ਜੀ ਉਹ ਦਹੀਂ 'ਚ ਪਾਣੀ ਨਹੀਂ ਪਾਇਆ ਬਲਕਿ ਪਾਣੀ 'ਚ ਦਹੀਂ ਦੇ 2 ਖੱਤਰੇ ਸੁੱਟੇ ਨੇ। ਉਹ ਤੁਹਾਨੂੰ ਯਾਦ ਰਵੇ, ਯਾਦਦਾਸ਼ਤ ਤੁਹਾਡੀ ਕਾਇਮ ਰਵੇ ਕਿ ਸੈਰੀ ਟਾਈਮ ਅਸਾਂ ਦਹੀਂ ਖਾਦਾ ਸੀ। ਉਹ ਪੁੱਤਰ ਹੁਣ ਤੇ ਸਾਰੀ ਬੰਦਿਆਂ ਨੇ ਡਰ ਡਰ ਕੇ ਖਾਦਾ ਜਿਵੇਂ ਇਨਕਮ ਟੈਕਸ ਵਾਲੇ ਆ ਗਏ ਨੇ। पहलवान जी आप तो बड़े दिल गुर्दे वाले आदमी हैं। क्या वाकई? ਉਹ ਪੁੱਤਰ ਉਹ ਦਿਲ ਨੂੰ ਛੱਡ ਹੁਣ ਤੇ ਗੁਰਦੇ ਵੀ ਜਵਾਬ ਦੇਣ ਵਾਲੇ ਨੇ। ਉਹ ਕੱਲ ਮੈਂ ਬਿਜਲੀ ਦਾ ਬਿੱਲ ਵੇਖਿਆ ਤੇ ਮੈਨੂੰ ਉਹ ਖੱਬੇ ਪਾਸੇ ਇੰਜ ਲੱਗਾ ਜਿਵੇਂ ਕਰੰਟ ਵੱਜਿਆ। ਕਿਤੇ ਗੁਰਦੇ ਆਪਸ ਤੇ ਨਹੀਂ ਕਹਿਣ ਦੇ। ਉਹ ਪਹਿਲਵਾਨ ਜੀ ਹੁਣ ਸਿਰਫ ਗੁਰਦਿਆਂ 'ਚ ਅਟੈਕ ਹੋਣਾ ਜੇ, ਉਹ ਬਾਕੀ ਪੁਰ ਬਾਦਸ਼ਾਹ। तो फिर इस मुश्किल सूरत हाल में आवाम को क्या मशवरा देंगे आप? ਮਸ਼ਵਰਾ ਹੈ ਜੇ ਕਿ ਸਬਰ ਕਰੋ, ਪਰ ਸਬਰ ਵੀ ਹੁਣ ਬੜਾ ਮਹਿੰਗਾ ਹੋ ਗਿਆ। ਉਹ ਮੇਰੀ ਤੇ ਹਕੂਮਤ ਨੂੰ ਅਪੀਲ ਹੈ ਕਿ ਬਜਟ ਬਣਾਉਣ ਤੋਂ ਪਹਿਲਾਂ ਇੱਕ ਵਾਰੀ ਮੇਰੇ ਦਸਤਰਖਾਨ ਤੇ ਆ ਕੇ ਅਫਤਾਰੀ ਤੇ ਕਰੋ। ਜੇ ਤੁਹਾਨੂੰ ਇੱਕ ਸ਼ੈ ਵੀ ਮਿਲ ਗਈ ਤੇ ਮੇਰਾ ਨਾਂ ਬਦਲ ਦੇਣਾ। ਉਹ ਪੁੱਤਰ ਉਹ ਹੁਣ ਤੇ ਇਹ ਆਲਮ ਹੈ ਕਿ ਬੰਦਾ ਅਫਤਾਰੀ ਤੋਂ ਬਾਅਦ ਦੁਆ ਮੰਗਦਾ ਹੈ, ਯਾ ਅੱਲਾ ਅਗਲੀ ਅਫਤਾਰੀ ਤੱਕ ਜ਼ਿੰਦਾ ਰੱਖੀ ਤੇ जेब भी सलामत रखी। नाजरीन, पहलवान की बातें सुनकर हंसी भी आती है और रोना भी। पाकिस्तान का जिंदा दिल इंसान अब जिंदा रहने के लिए बजट से लड़ रहा है। ਬਾਬੂ ਤੇਰੀ ਉਹ ਇੱਕ ਗੱਲ ਤੇ ਮੇਰੀ ਰਹਿ ਹੀ ਗਈ। ਓਏ ਹੁਣ ਤੇ ਈਦ ਦੀ ਸ਼ਾਪਿੰਗ ਲਈ ਸੋਚਿਆ ਕਿ ਪੁਰਾਣਾ ਸੂਟ ਕੱਢ ਕੇ ਉਹਨੂੰ ਪੁੱਠਾ ਸਿਲਾਈ ਕਰਵਾ ਦਿਆਂ, ਉਹ ਤਾਂ ਕਿ ਕਮ ਸੇ ਕਮ ਦੁਨੀਆ ਹੈ ਤੇ ਸਮਝੇ ਉਹ ਪਹਿਲਵਾਨ ਨੇ ਨਵਾਂ ਫੈਸ਼ਨ ਕੀਤਾ ਹੈ। आपने सुना पहलवान का दुख, पहलवान की जुगते और पहलवान का सबर। ये सिर्फ एक पहलवान की कहानी नहीं है, ये हर उस बंदे की कहानी है जो अफ्तारी से पहले बजट और बाद में दुआ करता है। याद रखें, महंगाई ने आवाम को कमजोर नहीं किया बल्कि टाइट में लगा दिया है। उम्मीद करता हूं आज का प्रोग्राम आपको पसंद आया होगा। तो मिलते हैं अगले प्रोग्राम में नए मौजू के साथ। तब तक के लिए मुझे दें इजाजत। अल्लाह हाफिज। हमारे चैनल को सब्सक्राइब करें, लाइक करें, शेयर करें, कमेंट्स करें और बेल आइकॉन को दबा दें ताकि इस तरह की मजेदार वीडियो आप तक पहुंचती रहे।